इंडियन दुआबा टाइम्स ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਸਾਡੇ ਨਾਲ ਇਸ ਵੇਲੇ ਸਟੂਡੀਓ ਵਿੱਚ ਮੌਜੂਦ ਹਨ ਸਾਡੇ ਐਡੀਟਰ ਸ਼੍ਰੀ ਆਦੇਸ਼ ਜੀ। ਹਾਂਜੀ ਆਦੇਸ਼ ਜੀ, ਅੱਜ ਦਾ ਅਸੀਂ ਜਿਹੜਾ ਹੈਗਾ ਆ ਵਿਚਾਰ ਚਰਚਾ ਨਵੀਂ ਸ਼ੁਰੂ ਕਰੀਏ ਜੀ। ਇਸ ਤਰ੍ਹਾਂ ਆਦੇਸ਼ ਜੀ, ਅੱਜ ਬੜੇ ਮਹੱਤਵਪੂਰਨ ਜਿਹੜੇ ਆ ਕੁਛ ਇੱਕ ਖਬਰਾਂ ਨੇ ਅੱਜ ਦੀਆਂ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ श्री हरमंदर साहब ਵਿੱਚ ਬੇਅਦਬੀ ਮਾਮਲੇ ਵਿੱਚ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਦੂਸਰਾ ਹੈਗਾ ਵਿਕਰਮ ਸਿੰਘ ਮਜੀਠੀਆ ਤੇ ਅੱਜ ਚੰਨੀ ਸਰਕਾਰ ਨੇ FIR ਦਰਜ ਕਰ ਦਿੱਤੀ। ਤੀਸਰਾ ਹੈ ਆਪ ਦੇ ਰਾਘਵ ਚੱਡਾ ਦਾ FIR ਤੇ ਬਿਆਨ ਹੈ ਕਿ ਮੈਚ ਫਿਕਸਿੰਗ ਹੋਈ ਹੈ, ਕੇਸ ਕਮਜ਼ੋਰ ਰੱਖਿਆ ਗਿਆ ਹੈ। ਹੁਣ ਪਹਿਲਾ ਸਵਾਲ ਸਾਡਾ ਜੋ ਹੈ, ਤੁਸੀਂ ਉਹਦੇ ਤੇ ਥੋੜਾ ਜਿਹਾ ਜਿਹੜੇ ਆਪਣੇ ਵਿਚਾਰ ਸਾਂਝੇ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਵੱਲੋਂ ਕੀ ਖੁਲਾਸੇ ਹੋਏ? ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਸੀਨੀਅਰ ਵਕੀਲ ਵੀ ਰਹੇ ਨੇ ਔਰ ਵਧੀਆ ਇਮਾਨਦਾਰ ਸੋਚ ਔਰ ਇੰਟੈਲੀਜੈਂਟ ਹੋਣ ਕਾਰਨ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਜੀ। ਇੱਕ ਖਾਸੀਅਤ ਉਹਨਾਂ ਦੀ ਇਹ ਵੀ ਹੈ ਕਿ ਜੇਬ 'ਚੋਂ ਪਾਏ ਹੋਏ ਨਿਕਲੇ ਹੋਏ ਪ੍ਰਧਾਨ ਨਹੀਂ, ਬਲਕਿ ਬਕਾਇਦਾ ਵੋਟਿੰਗ ਨਾਲ ਜਿੱਤ ਕੇ ਆਏ। ਬਿਲਕੁਲ। ਔਰ ਇਹ ਮੰਦਭਾਗਾ ਕਿ ਉਹਨਾਂ ਦੇ ਟਾਈਮ ਦੇ ਉੱਤੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਜੀ। ਉਹਨਾਂ ਨੇ ਕੱਲ੍ਹ ਹੀ ਕਿਹਾ ਸੀਗਾ ਕਿ ਵੀ ਜਿਹੜਾ ਦੋਸ਼ੀ ਆ ਉਹਦੀਆਂ ਫੁਟੇਜ ਜਿਹੜੀਆਂ ਖੰਗਾਲੀਆਂ ਜਾ ਰਹੀ ਜੀ। ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਸਰਕਾਰ ਨੇ ਜਿਹੜੀ ਸਿੱਟ ਬਣਾਈ ਹੈ ਉਹਦੇ ਤੇ ਸਾਨੂੰ ਭਰੋਸਾ ਨਹੀਂ ਹੈ। ਉਧਰ ਸੁਖਬੀਰ ਬਾਦਲ ਨੇ ਵੀ ਅੱਜ ਬਿਆਨ ਦੇ ਦਿੱਤਾ ਕਿ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈ ਹੈ ਤੇ ਜਾਂਚ ਕੀ ਕਰੇਗੀ। ਤੇ ਦੂਜੇ ਪਾਸੇ ਇਹਨਾਂ ਨੇ ਆਪਣੀ ਸਿੱਟ ਜਿਹੜੀ ਬਣਾਤੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ, ਧਾਮੀ ਸਾਹਿਬ ਨੇ, ਉਹਦੇ ਵਿੱਚ ਵੀ ਇਹਨਾਂ ਨੇ ਆਪਣੇ ਕਈ ਕਲਿਊ ਕੱਢੇ ਆ ਕੈਮਰੇ ਦੀ, ਜਿਹੜੇ ਜਿੱਥੇ ਜਿੱਥੇ ਚੱਲਦੇ ਸੀਗੇ, ਮਾਰਕੀਟ 'ਚ ਚੱਲਦੇ ਸੀ, ਆਸ-ਪਾਸ ਚੱਲਦੇ ਸੀ, ਉੱਥੋਂ ਸਾਰੇ ਜਿਹੜੇ ਕਲਿਊ ਕੱਢ ਕੇ ਤੇ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਜੀ। ਉਹਦੇ ਵਿੱਚ ਇਹਨਾਂ ਨੇ, ਧਾਮੀ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਕਿਹਾ, ਦੱਸਿਆ ਕਿ ਇਹ ਕੱਲ੍ਹ ਹੀ ਮਤਲਬ ਇੱਕ ਦਿਨ ਪਹਿਲਾਂ ਹੀ ਰਾਤ ਨੂੰ 8:30 ਵਜੇ ਵੀ ਦੇਖਿਆ ਗਿਆ ਜਲਿਆਂਵਾਲੇ ਬਾਗ ਵਾਲੀ ਸਾਈਡ ਤੋਂ ਇਹ ਅੰਦਰ ਨੂੰ ਪ੍ਰਕਰਮਾ 'ਚ ਦਾਖਲ ਹੁੰਦਾ ਆ। ਔਰ ਸ਼ੱਕ ਦੇ ਆਧਾਰ ਦੇ ਉੱਤੇ ਇਹਨੂੰ 3 ਵਾਰੀ ਟਾਸਕ ਫੋਰਸ ਨੇ ਰੋਕਿਆ ਤੇ ਇਹਨੂੰ ਵਾਪਸ ਕੀਤਾ। ਫਿਰ ਇਹ ਪਿਛਲੇ ਪਾਸਿਓਂ ਦੀ, ਲੰਗਰ ਵਾਲੇ ਪਾਸਿਓਂ ਦੀ ਐਂਟਰ ਹੁੰਦਾ, ਉਧਰੋਂ ਦੀ ਆ ਕੇ ਲੰਗਰ ਪਾਣੀ ਵੀ ਛਕਦਾ ਤੇ ਚਾਹ ਵੀ ਪੀਂਦਾ, ਚਾਹ ਪੀ ਕੇ ਫਿਰ ਘੁੰਮਦਾ ਫਿਰਦਾ। ਤੇ ਚੌਥੀ ਵਾਰੀ ਉਹ ਕਹਿੰਦੇ ਨੇ ਕਿ ਜਦੋਂ ਇਹ ਦੇਖਦਾ ਆ ਕਿ ਡਿਊਟੀ ਬਦਲ ਗਈ ਹੈ, ਉਸ ਤੋਂ ਬਾਅਦ ਉਹ ਬੰਦਾ ਫਿਰ ਦੁਬਾਰਾ ਚੁੱਪਕੇ ਨਾਲ ਆ ਕੇ ਤੇ ਐਂਟਰ ਕਰ ਜਾਂਦਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਹਰਮੰਦਰ ਸਾਹਿਬ ਦੇ ਉੱਪਰ ਇਹ ਘੱਟੋ ਘੱਟ 1 ਘੰਟਾ ਰੇਕੀ ਵੀ ਕਰਦਾ ਰਿਹਾ ਜਾਂ ਮੌਕੇ ਦੀ ਭਾਲ ਵੀ ਕਰਦਾ ਰਿਹਾ। ਅੱਛਾ, ਇਹ ਕਿਸੇ ਢੰਗ ਨਾਲ ਦਾ ਲੱਗੀ। ਇੱਕ ਹੋਰ ਗੱਲ ਉਹਨਾਂ ਨੇ ਕਹੀ ਕਿ ਜਿਸ ਢੰਗ ਨਾਲ ਇਹ ਬੰਦਾ ਆਇਆ, ਉੱਥੋਂ ਇਹ ਲੱਗਦਾ ਸੀ ਕਿ ਇਹਨੂੰ ਕੋਈ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਹੈ ਔਰ ਕਮਾਂਡੋ ਟ੍ਰੇਨਿੰਗ ਦਿੱਤੀ ਗਈ ਹੈ। ਔਰ ਜੇ ਦੇਖਿਆ ਜਾਵੇ ਤਾਂ ਜਿਸ ਢੰਗ ਨਾਲ ਕੱਲ੍ਹ ਵੀ ਆਪਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਕਿ ਉਹ ਜੰਗਲੇ ਦੇ ਉੱਤੇ ਕਿਸ ਢੰਗ ਨਾਲ ਫੁਰਤੀ ਨਾਲ ਉਹ ਹੱਥ ਰੱਖਦਾ ਹੈ ਔਰ ਰੱਖ ਕੇ ਤੇ ਉਹਦੇ ਉੱਤੇ ਜੰਪ ਕਰਕੇ ਸਪੀਡ ਨਾਲ ਕਿਰਪਾਨ ਚੁੱਕ ਲੈਂਦਾ ਹੈ। ਤੇ ਕਮਾਂਡੋ ਟ੍ਰੇਨਿੰਗ ਦਾ ਕੀ ਹੈ? ਕਮਾਂਡੋ ਟ੍ਰੇਨਿੰਗ ਕਿਤੇ ਵੀ ਲਈ ਜਾ ਸਕਦੀ ਹੈ, ਪੁਲਿਸ ਤੋਂ ਵੀ ਲਈ ਜਾ ਸਕਦੀ ਹੈ, ਫੌਜ 'ਚ ਵੀ ਹੁੰਦੀ ਹੈ, ਪਾਕਿਸਤਾਨ ਤੋਂ ਵੀ ਲਈ ਜਾ ਸਕਦੀ ਹੈ। ਔਰ ਹੋਰ ਤਾਂ ਹੋਰ ਜਿੰਨੀਆਂ ਵੀ ਮਾਰਸ਼ਲ ਆਰਟ ਦੀਆਂ ਸੰਸਥਾਵਾਂ ਆ, ਉਹਨਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਵੀ ਲਗਭਗ ਕਮਾਂਡੋ ਟ੍ਰੇਨਿੰਗ ਤੇ ਬੇਸਡ ਹੁੰਦੀ ਹੈ ਔਰ ਉਹ ਬੰਦੇ ਨੂੰ ਚੁਸਤ ਫੁਰਤ ਕਰਦੀ ਹੈ ਔਰ ਐਕਟਿਵ ਰੱਖਦੀ ਹੈ। ਇਸ ਕਰਕੇ ਹੋ ਸਕਦਾ ਕਿ ਪਹਿਲਾਂ ਤੋਂ ਹੀ ਉਹ ਇਸ ਕੰਮ ਦੇ ਵਿੱਚ ਜੰਪਿੰਗ ਵਗੈਰਾ 'ਚ ਟ੍ਰੇਨਡ ਹੋਵੇ, ਉਹਨੂੰ ਸਿਲੈਕਟ ਕਰ ਲਿਆ ਹੋਵੇ ਇਸ ਕੰਮ ਲਈ। ਦੇਖੋ, ਜਦੋਂ ਕਸਾਬ ਆਇਆ ਸੀਗਾ, ਜਦੋਂ ਇੰਨੇ ਬੰਦੇ ਮਾਰੇ ਗਏ ਸੀ ਹਿੰਦੁਸਤਾਨ ਦੇ ਵਿੱਚ ਮੁੰਬਈ ਹਮਲਿਆਂ 'ਚ, ਹਾਂਜੀ 9/11 ਮੁੰਬਈ 'ਚ ਜਦੋਂ ਮਾਰੇ ਗਏ ਤੇ ਉਹਨਾਂ ਨੇ ਕਸਾਬ ਨੂੰ ਜਿੰਦਾ ਫੜ ਲਿਆ ਸੀ, ਬਾਕੀ ਤਾਂ ਮਾਰੇ ਗਏ। ਕਸਾਬ ਨੂੰ ਜੇ ਜਿੰਦਾ ਫੜ ਲਿਆ ਤਾਂ ਉਸ ਟਾਈਮ ਦੇ ਉੱਤੇ ਉਹਨੂੰ ਉਹਦਾ ਨਾਰਕੋਟਿਕ ਟੈਸਟ ਕੀਤਾ ਗਿਆ। ਉਹਦੇ ਵਿੱਚ ਉਹਨੇ ਸਾਰਾ ਕੁਝ ਬਕਿਆ ਕਿ ਕਿੱਦਾਂ ਉਹ ਪਾਕਿਸਤਾਨ ਰਹਿੰਦਾ ਸੀ, ਕਿੱਦਾਂ ਉਹਨੇ ਕਮਾਂਡੋ ਦੀ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਈ। ਉਹਨੇ ਸਾਰੇ ਭੇਤ ਪਾਕਿਸਤਾਨ ਦੇ ਜਿਹੜੇ ਸੀ ਉਹ ਸਾਰੇ ਖੋਲ੍ਹ ਦਿੱਤੇ। ਜੇ ਉਹ ਵੀ ਮਰ ਜਾਂਦਾ ਤਾਂ ਸਾਰੇ ਭੇਤ ਵੀ ਉਹਦੇ ਨਾਲ ਹੀ ਦਫਨ ਹੋ ਜਾਣੇ ਸੀ। ਇੱਕ ਤਾਂ ਇਹਦਾ ਪਹਿਲੂ ਇਹ ਵੀ ਹੈਗਾ। ਦੂਜੀ ਗੱਲ ਇਹ ਹੈ ਕਿ ਉਹ ਐਡੀ ਵੱਡੀ ਸੰਸਥਾ ਆ, ਸਰਮੌਰ ਸੰਸਥਾ ਆ, ਉੱਥੇ ਕੋਈ ਇੱਦਾਂ ਦੀ ਹਰਕਤ ਕਰੇ ਤੇ ਸਿੱਖ ਕੌਮ ਤਾਂ ਘੱਟੋ ਘੱਟ ਭਾਈ ਸਾਹਿਬ ਕਦੀ ਵੀ ਨਹੀਂ ਬਖਸ਼ ਸਕਦੀ। ਉਹਨੂੰ ਬਗਾਇਆ, ਉਹ ਇਹ ਵੀ ਸਾਹਮਣੇ ਆਇਆ ਕਿ ਉਹਨੂੰ ਜਿੰਨਾ ਘੰਟਾ, 1.5 ਘੰਟਾ, 2 ਘੰਟੇ ਉਹਨੂੰ ਕੁੱਟਮਾਰ ਕਰਕੇ ਉਹਨੂੰ ਪੁੱਛਿਆ
ਵੀ ਦੱਸ ਤੂੰ ਹੈ ਕੌਣ, ਉਸ ਬੰਦੇ ਨੇ ਜ਼ੁਬਾਨ ਹੀ ਨਹੀਂ ਖੋਲੀ। ਔਰ ਦੂਜੀ ਗੱਲ ਜਿਹੜੀ ਆ ਕਿ ਸੁਨੀਲ ਜਾਖੜ ਨੇ ਵੀ ਕਹਿ ਦਿੱਤਾ, ਕਾਂਗਰਸ ਦੇ ਨੇ ਸਾਬਕਾ ਪ੍ਰਧਾਨ ਨੇ, ਕਿ ਮੈਨੂੰ ਤਾਂ ਪਾਕਿਸਤਾਨ ਦਾ ਵੀ ਹੱਥ ਲੱਗਦਾ, ਸ਼ੱਕ ਲੱਗਦਾ। ਤਾਂ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ, ਰੱਬ ਜਾਣੇ ਉਹਦੇ ਮਨ 'ਚ ਕੀ ਸੀ ਕੀ ਨਹੀਂ ਸੀ। ਪਰ ਇੱਕ ਗੱਲ ਤਾਂ ਤੈਅ ਹੈ ਨਾ ਕਿ ਕਿਸੇ ਨਾ ਕਿਸੇ ਦਾ ਤੇ ਉਹਦੇ ਪਿੱਛੇ ਹੱਥ ਸੀਗਾ ਹੀ। ਉਹਦੀ ਵਜ੍ਹਾ ਸਭ ਤੋਂ ਵੱਡੀ ਇਹ ਹੈ ਕਿ ਉਹਦੀ ਜੇਬ 'ਚੋਂ ਨਾ ਕੋਈ ਪਰਸ ਨਿਕਲਿਆ, ਨਾ ਕੋਈ ਪੈਸਾ ਨਿਕਲਿਆ, ਨਾ ਕੋਈ ਆਧਾਰ ਕਾਰਡ ਨਿਕਲਿਆ, ਨਾ ਕੋਈ ਇਸ ਚੀਜ਼ ਤੋਂ ਲੱਗਦਾ ਕਿ ਕੋਈ ਚਾਲ ਹੈ। ਹਾਂ, ਇਸ ਤੋਂ ਲੱਗਦਾ ਹੈ ਕਿਉਂਕਿ ਆਈਡੀ ਪ੍ਰੂਫ ਵੀ ਹੈ ਨਹੀਂ, ਕੋਈ ਪਰਸ ਵੀ ਹੈ ਨਹੀਂ, ਕਿਸੇ ਨਾ ਕਿਸੇ ਨੇ ਤਾਂ ਫੜ ਕੇ ਰੱਖਿਆ ਹੋਏਗਾ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਤਾਂ ਪਿੱਛੇ ਬੈਗ ਤੇ ਹੋਏਗਾ ਕਿ ਤੂੰ ਰੱਖ ਕੇ ਜਾ ਸਾਰਾ ਕੁਝ, ਤਾਂ ਕਿ ਸਾਹਮਣੇ ਨਸ਼ਰ ਨਾ ਹੋਵੇ। ਹਾਂ, ਇੱਕ ਤਾਂ ਜਿਹੜੇ ਬੇਅਦਬੀ ਕਰਦੇ ਆ ਉਹਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਸਾਹਿਬ ਇਹੋ ਜਿਹੇ ਕੰਮ ਜੇ ਕਰਤੂਤਾਂ ਕਰੋਗੇ ਤੇ ਇਹਦਾ ਨਤੀਜਾ ਇੱਕੋ ਹੀ ਲੈਣਾ ਹੈ, ਲੱਗਣਾ ਹੈ ਕਿ ਉਹ ਉਹਨਾਂ ਨੇ ਫੜ ਕੇ ਟੰਗ ਦੇਣਾ ਹੈ। ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕਰਨੀ। ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਥੋੜਾ ਜਿਹਾ ਠਰੰਬੇ ਨਾਲ ਜੇ ਲਿਆ ਜਾਂਦਾ, ਘੱਟੋ ਘੱਟ 2-4-5 ਘੰਟੇ ਉਹਨੂੰ ਕਿਤੇ ਕਿਸੇ ਢੰਗ ਨਾਲ ਬਕਾਲਿਆ ਜਾਂਦਾ ਤੇ ਉਹ ਹੋਰ ਵੀ ਵਧੀਆ ਸੀ, ਕਿਉਂਕਿ ਤਾਂ ਜੋ ਅਸਲ ਜਿਹੜੀ ਇਹਨਾਂ ਦੇ ਪਿੱਛੇ, ਜਿੱਦਾਂ ਕਹਿੰਦੇ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਕਿਉਂਕਿ ਹੁਣ ਜਿਹੜੇ ਬੰਦੇ ਪਿੱਛੇ ਛੜਯੰਤਰ ਕਰਦੇ ਆ ਉਹ ਤਾਂ ਇਹੋ ਜਿਹੇ ਕਈ ਬੰਦੇ ਖਰੀਦ ਕੇ ਫਿਰ ਕੁਝ ਨਾ ਕੁਝ ਕਰਾਉਣਗੇ। ਇਸ ਤਰ੍ਹਾਂ ਨਾ ਜੀ, ਸੰਗਤਾਂ ਦਾ ਜਦੋਂ ਕਈ ਵਾਰੀ ਰੋਹ ਵਿੱਚ ਆ ਜਾਂਦੀਆਂ ਨਾ, ਇੱਕ ਤਾਂ ਉਹ ਜਿਹੜਾ ਹਰਮੰਦਰ ਸਾਹਿਬ ਆ, ਇੱਕ ਬਹੁਤ ਜ਼ਿਆਦਾ ਉਹੀ ਮੈਂ ਗੱਲ ਕਰਦਾ ਆ, ਉਹ ਗੱਲ ਮੈਂ ਇਹ ਕਰਦਾ ਆ ਕਿ ਸਰਮੌਰ ਜਿਹੜੀ ਮਤਲਬ ਮੇਨ ਸੁਪਰੀਮ ਸਿੱਖਾਂ ਦੀ, ਉੱਥੇ ਦਾ ਅਬਦਾਲੀ ਵਰਗੇ ਤੇ ਕਈ ਬੰਦੇ ਨਹੀਂ ਉਹਨਾਂ ਨੇ ਛੱਡੇ। ਉਹ ਜਦੋਂ ਰੋਹ ਵਿੱਚ ਆ ਗਈਆਂ ਤੇ ਉਸ ਵੇਲੇ ਤਾਂ ਕਾਬੂ ਕਰਨਾ ਔਖਾ ਹੁੰਦਾ। ਉਹ ਤਾਂ ਹੋ ਹੀ ਨਹੀਂ ਸਕਦਾ ਸੀਗਾ, ਹਰ ਬੰਦਾ ਦੇਖਦਾ ਪਿਆ ਸੀ ਵੀ ਹੋ ਕੀ ਰਿਹਾ। ਪਰ ਜੇ ਇਹੋ ਜਿਹੇ ਕੰਮਾਂ ਤੇ ਸੰਗਤਾਂ ਨੇ ਇੰਨਾ ਟਾਈਮ ਦੇ ਦਿੱਤਾ ਉਹਨੂੰ। ਨਹੀਂ, ਇੱਕ ਇਹਦਾ ਪੱਖ ਇਹ ਹੈ, ਇੱਕ ਪੱਖ ਤਾਂ ਇਹ ਆ ਕਿ ਪੁੱਛਿਆ, ਥੋੜੀ ਦੇਰ ਪੁੱਛਗਿੱਛ ਹੋਈ ਹੈ। ਇੱਕ ਤਾਂ ਇਹਦਾ ਐਂਗਲ ਇਹ ਹੈ। ਦੂਜਾ ਐਂਗਲ ਤੁਸੀਂ ਇਹ ਵੀ ਦੇਖੋ ਵੀ ਜੇ ਉਹ ਉਸ ਟਾਈਮ ਦੇ ਉੱਤੇ ਜੇ ਕਿਰਪਾਨ ਕੱਢ ਲੈਂਦਾ, ਕਿਰਪਾਨ ਕੱਢ ਕੇ ਤੇ ਜੇ ਕਿਤੇ ਕੋਈ ਹੋਰ ਕਾਰਾ ਕਰ ਦਿੰਦਾ ਤੇ ਫਿਰ ਤੁਸੀਂ ਕੀ ਕਰਦੇ? ਬਿਲਕੁਲ ਫਿਰ ਹੋਰ ਖਲਾਰਾ ਜਿਹੜਾ ਸੀਗਾ ਉਹ ਜ਼ਿਆਦਾ ਵੱਧ ਜਾਣਾ ਸੀ। ਇਸ ਕਰਕੇ ਇਹ ਜੋ ਵੀ ਹੋਇਆ ਸਰਕਮਸਟੈਂਸਸ ਦੇ ਮੁਤਾਬਕ ਹੋ ਗਿਆ। ਤੇ ਜੇ ਜਿਸ ਤਰ੍ਹਾਂ ਵੀ ਆ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਵੱਡਾ ਛੜਯੰਤਰ ਆ, ਔਰ ਕੇਂਦਰ ਸਰਕਾਰ ਨੇ ਵੀ ਇਹਦੇ ਪ੍ਰਤੀ ਅਲਰਟ ਕੀਤਾ ਹੈ, ਆਈਬੀ ਨੇ ਵੀ ਅਲਰਟ ਕੀਤਾ ਹੈ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਹੋਰ ਵਾਪਰ ਸਕਦੀਆਂ। ਵਿਕਰਮ ਸਿੰਘ ਮਜੀਠੀਆ ਤੇ ਅੱਜ ਚੰਨੀ ਸਰਕਾਰ ਨੇ FIR ਦਰਜ ਕਰ ਦਿੱਤੀ ਹੈ, ਕਹਿੰਦੇ ਸਿੱਧੂ ਦੇ ਸੁਪਨੇ ਪੂਰੇ ਹੋ ਗਏ। ਦੇਖੋ, ਕੇਸ ਤਾਂ ਉਹਦਾ ਜਦੋਂ ਇਲੈਕਸ਼ਨ 2017 ਦੇ ਹੋਈ ਸੀ ਉਸ ਤੋਂ ਪਹਿਲਾਂ ਕਈ ਸੌਂਹਾਂ ਖਾਧੀਆਂ ਗਈਆਂ ਸੀਗੀਆਂ ਕਿ ਬੈਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड ਤੇ ਕੀ ਨਾ ਆਪਣਾ ਬੇਅਦਬੀ ਦੇ ਮਾਮਲੇ ਦੇ ਵਿੱਚ, ਬਰਗਾੜੀ ਕੇਸ ਦੇ ਵਿੱਚ ਇਹ ਆਪਾਂ ਸਜ਼ਾਵਾਂ ਦਾਂਗੇ ਤੇ ਨਸ਼ੇ ਤਸਕਰ ਜਿਹੜੇ ਹੈਗੇ ਆ ਭੋਲਾ ਭਾਲਾ ਡਰੱਗਸ ਭੇਜਦੇ ਉਹ ਕੱਢਾਂਗੇ ਤੇ ਇਹਨਾਂ ਨੂੰ ਚੱਕ ਕੇ ਅੰਦਰ ਦਿਆਂਗੇ। ਲੇਕਿਨ ਉਹਦੇ ਬਾਅਦ ਕੀ ਅੱਟੀ ਸੱਟੀ ਲੱਗੀ ਕਿ ਕੀ ਹੋਇਆ ਕਿ ਉਹ ਫਾਈਲ ਜਿਹੜੀ ਸੀਗੀ ਉਹ ਘੱਟਾ ਮਿੱਟੀ ਹੀ ਛਕਦੀ ਰਹੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਥੱਲੇ ਨੱਪੀ ਰੱਖੀ। ਉਹ ਬੜੀ ਦੇਰ ਤੱਕ ਉਹ ਕੰਮ ਉਲਝਦਾ ਕੋਟਾਂ ਦੇ ਵਿੱਚ, ਕੇਸਾਂ ਦੇ ਵਿੱਚ ਵੀ ਗਿਆ। ਇੱਧਰ ਇਹਨਾਂ ਦੀ ਬਾਦਲ ਦਲ ਦੀ BJP ਨਾਲ ਵੀ ਸਾਂਝ ਸੀਗੀ, ਉਹਦੇ ਆ ਕੇ ਜਾ ਕੇ ਟੁੱਟ ਗਈ। ਕਿਸਾਨਾਂ ਦੇ ਜਦੋਂ ਧਰਨੇ ਮੁਜ਼ਾਹਰੇ ਸ਼ੁਰੂ ਹੋ ਗਏ ਵੀ ਪਹਿਲਾਂ ਜਦੋਂ ਸਾਂਝ ਸੀਗੀ ਤੇ ਉਸ ਟਾਈਮ ਦੇ ਉੱਤੇ ਸ਼ਾਇਦ ਕੈਪਟਨ ਅਮਰਿੰਦਰ ਨੂੰ ਵੀ ਡਰ ਲੱਗਦਾ ਹੋਊਗਾ ਕਿ ਭਾਈ ਸਾਹਿਬ ਜੇ ਕਿਤੇ ਪੰਗਾ ਲਿਆ ਤੇ ਬੀਬੀ ਦਾ ਉੱਥੇ ਕੇਂਦਰ 'ਚ ਮੰਤਰੀ ਹੈ ਤੇ ED ਦੇ ਛਾਪੇ ਦਾ ਮੇਰੇ ਤੇ ਪੈਣਗੇ ਵੀ, ਤਾਂ ਪਏ ਵੀ। ਉਹ ਜੇ ਇਹ ਵੀ ਕਾਰਨ ਹੋ ਸਕਦੇ ਆ। ਉਹ ਕੰਮ ਲਟਕਦਾ ਚੰਨੀ ਸਰਕਾਰ ਤੱਕ ਜਾ ਪਹੁੰਚਿਆ ਤੇ ਸਿੱਧੂ ਪਿੱਛੇ ਲੱਗਾ ਸੀ। ਸਿੱਧੂ ਨੂੰ ਕੋਈ ਡਰ ਹੀ ਨਹੀਂ ਸੀ। ਉਹਨੇ ਕਿਹਾ ਵੀ ਮੈਂ ਕਿਹੜਾ ਕੁਝ ਕੀਤਾ, ਜੇ ਫੜਨਾ ਤੇ ਫੜ ਲਓ, ਮੈਂ ਤਾਂ ਇਮਾਨਦਾਰ ਬੰਦਾ। ਔਰ ਹੈ ਵੀ ਉਹ ਰੌਲਾ ਪਾਉਂਦਾ ਗਿਆ ਵੀ ਭਾਈ ਸਾਹਿਬ ਵੱਡੀ ਮੱਛੀ ਆ, ਜਾਂ ਇਹ ਆ ਜਾਂ ਉਹ ਆ। ਲੋੜ ਤੋਂ ਵੱਧ ਵੀ ਬੋਲਦਾ, ਇੰਨਾ ਵੀ ਨਹੀਂ ਬੋਲਣਾ ਚਾਹੀਦਾ। ਪਰ ਚਲੋ ਜੋ ਵੀ ਕਿਹਾ ਕਰਦਾ ਰਿਹਾ। ਉਹਨੇ ਕਰਾ ਕੇ ਫਿਰ ਰੌਲਾ ਪਾਇਆ। ਪਹਿਲਾਂ ਐਡਵੋਕੇਟ ਜਨਰਲ ਬਦਲਾਤਾ। ਐਡਵੋਕੇਟ ਜਨਰਲ ਬਦਲਾਉਣ ਤੋਂ ਬਾਅਦ ਉਹਨੇ ਕਿਹਾ ਵੀ ਇਹਦਾ ਬੰਦਾ ਹੀ ਉਹ ਆ ਜਿਹੜਾ ਉਹਨਾਂ ਨੂੰ ਕਲੀਨ ਚਿੱਟ ਦਿੰਦਾ ਫਿਰਦਾ, ਤੇ ਤੂੰ ਚੱਕ ਕੇ ਭਾਈ ਸਾਹਿਬ ਉਹਨੂੰ ਐਡਵੋਕੇਟ ਜਨਰਲ ਲਾਤਾ। ਉਹਨੂੰ ਹਟਾ ਕੇ ਉਹਦੀ ਥਾਂ ਤੇ ਜਿਹੜਾ ਪਟਿਆਲਵੀ ਸੀ ਉਹਨੂੰ ਲਾਤਾ। ਉਹਦੇ ਬਾਅਦ ਰਹਿ ਗਿਆ DGP ਸੋਤਾ। ਇਹ ਕਹਿੰਦੇ ਰਹੇ ਕਿ ਕਾਰਵਾਈ ਕਰ, ਠੀਕ ਹੈ। ਉਹ ਕਾਰਵਾਈ ਨਹੀਂ ਕਰਦਾ ਸੀ। ਉਹ ਕਹਿੰਦਾ ਜੀ ਇਹ ਵੀ ਕਲੀਨ ਚਿੱਟ ਦੇਣ ਦੇ ਵਿੱਚ ਪਿਛਲੇ 'ਚ ਕੈਪਟਨ ਅਮਰਿੰਦਰ ਸਿੰਘ ਨਾਲ ਰਲਿਆ ਸੀ, ਲਾ ਇਹਨੂੰ ਵੀ ਲਾਓ। ਕਰਾ ਕੇ ਉਹਨਾਂ ਨੇ ਜਿਹੜਾ ਚਟੋ ਵਧਾਏ ਸੀ ਉਹਨੂੰ ਲਾਤਾ। ਬਾਦਲ ਜਿਹੜੇ ਸੀਗੇ ਉਹ ਕਹਿੰਦੇ ਜੀ ਦੇਖੋ ਜੀ 3 DGP ਬਦਲ ਦਿੱਤੇ ਆ ਤੇ ਇਹਨਾਂ ਦਾ ਸਿੱਧਾ ਹੈਗਾ ਕਿ ਪੋਲੀਟੀਕਲ ਵੈਲੀਡੇਟਾ। ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਵੀ ਕਹਿਤੀ ਕਿ ਦੇਖੋ ਜੀ ਅਸੀਂ ਕਦੀ ਵੀ ਜ਼ਿੰਦਗੀ 'ਚ ਇਹ ਕੰਮ ਨਹੀਂ ਕੀਤਾ, ਕਿਸੇ ਨੇ ਵੀ ਨਹੀਂ ਕੀਤਾ। ਕਈ ਸਰਕਾਰਾਂ ਆਈਆਂ, ਕਈ ਗਈਆਂ, ਕਿਸੇ ਨਾਲ ਵੀ ਪੋਲੀਟੀਕਲ ਆਪਾਂ ਵੈਲੀਡੇਟਾ ਨਹੀਂ ਰੱਖਿਆ।
ਉਹ ਗੱਲ ਵੀ ਸਹੀ ਆ ਪ੍ਰਕਾਸ਼ ਸਿੰਘ ਬਾਦਲ ਦੀ, ਬਾਦਲ ਸਾਹਿਬ ਦੀ, ਕਿਉਂਕਿ ਉਹਨਾਂ ਨੇ ਕਿਸੇ ਵੇਲੇ ਜਦੋਂ ਸਿਟੀ ਸੈਂਟਰ ਘੁਟਾਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਫਸ ਗਿਆ ਸੀ ਤੇ ਜਾਂਦਿਆਂ ਜਾਂਦਿਆਂ ਉਹਦੀ ਪਿੱਠ ਖੁਰਕ ਦਿੱਤੀ ਤੇ ਉਹਨੂੰ ਬਰੀ ਕਰ ਦਿੱਤਾ ਸੀ, ਕੇਸ ਵਾਪਸ ਲੈ ਲਿਆ ਸੀ। ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋਂ ਸਿਕਿਉਰਿਟੀ ਇਹਦੀ ਖੋਈ ਪ੍ਰਿੰਕਾ ਵਾਡਰਾ ਦੀ, ਪ੍ਰਿੰਕਾ ਗਾਂਧੀ ਦੀ ਸਿਕਿਉਰਿਟੀ ਖੋਈ ਹੈ ਕਿ ਬੀਜੇਪੀ ਵਾਲਿਆਂ ਨੇ, ਤਾਂ ਉਹਨੇ ਕਿਹਾ ਨਹੀਂ ਵੀ ਇਦਾਂ ਨਹੀਂ ਕਰਨਾ ਚਾਹੀਦਾ, ਮੈਂ ਤਾਂ ਬਾਦਲ ਨੂੰ ਹਾਲੇ ਵੀ ਸਿਕਿਉਰਿਟੀ ਦਿੱਤੀ ਹੋਈ, ਮੈਂ ਤਾਂ ਪੋਲੀਟੀਕਲ ਵੈਂਡੇਟਾ ਰੱਖੇ ਨਹੀਂ। ਫਿਰ ਇਹਦਾ ਮਤਲਬ ਇਹ ਹੋਇਆ, ਫਿਰ ਜਦੋਂ ਤੁਸੀਂ ਦੇਖੋ ਕਿ ਜਿਸ ਟਾਈਮ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਗੱਲਾਂ ਜਿਹੜੀਆਂ ਆ ਉਹ ਬੜੀਆਂ ਦਰੁਸਤ ਆ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਕੇ ਛੱਡ ਦਿੱਤਾ ਸੀ, ਤੇ ਉਹਨਾਂ ਨੇ ਫਿਰ ਇਹਨਾਂ ਨੂੰ ਪੂਰੀ ਫਾਈਲ ਜਿਹੜੀ ਸੀ ਉਹ ਥੱਲੇ ਦੱਬੀ ਰੱਖੀ। ਕੋਈ ਕੇਸ, ਕੋਈ ਉਹ ਸਿੱਖ ਜਥੇਬੰਦੀਆਂ ਧਰਨਾ ਦਿੰਦੀਆਂ ਰਹਿਣਗੀਆਂ, ਝੂਠ ਝਾਟ ਬੋਲ ਕੇ ਉਹਨਾਂ ਨੂੰ ਉਠਾਤਾ ਕਿ ਭਾਈ ਸਾਹਿਬ ਆਪਾਂ ਕਾਰਵਾਈ ਕਰਾਂਗੇ, ਕਾਰਵਾਈ ਕੋਈ ਨਹੀਂ ਕੀਤੀ। ਉਹ ਸਿਰਫ ਹਵਾ ਦੇ ਵਿੱਚ ਇਹਨਾਂ ਦਾ ਵਕੀਲ ਹੈ ਜਿਹੜਾ ਸੀਗਾ ਐਡਵੋਕੇਟ ਜਨਰਲ ਅਤੁਲ ਨੰਦਾ, ਉਹ ਜਦੋਂ ਕੋਈ ਤਰੀਕ ਭੁਗਤਣੀ ਹੁੰਦੀ ਸੀ ਉਹ ਜਾਂ ਤਾਂ ਬਿਮਾਰ ਹੋ ਜਾਂਦਾ ਸੀ ਤੇ ਜਾਂ ਛੁੱਟੀ ਲੈ ਕੇ ਘਰ ਬਹਿ ਜਾਂਦਾ ਸੀ। ਤਾਂ ਉਹ ਇਹੋ ਜਿਹੇ ਜਿਹੜੇ ਸਿਸਟਮ ਦੇ ਵਿੱਚ ਸੀਗਾ। ਇੱਕ ਫਿਰ ਕੈਪਟਨ ਬਾਦਲ ਸਾਹਿਬ ਦੀ ਇਹ ਵੀ ਗੱਲ ਸਹੀ ਹੈ ਕਿ ਬਈ ਆਪਾਂ ਜਦੋਂ ਮੁੱਖ ਮੰਤਰੀ ਹੁੰਦੇ ਸੀ ਤੇ ਉਸ ਟਾਈਮ ਦੇ ਉੱਤੇ ਬਿਲਕੁਲ ਪੋਲੀਟੀਕਲ ਵੈਂਡੇਟਾ ਨਹੀਂ ਸੀ ਰੱਖਦੇ। ਭੱਠਲ ਨੇ ਕਿਸੇ ਵੇਲੇ ਜਾ ਕੇ ਕੈਪਟਨ ਅਮਰਿੰਦਰ ਤੇ ਅਟੈਕ ਕੀਤਾ ਸੀ। ਅਟੈਕ ਕਰਨ ਤੋਂ ਬਾਅਦ ਉਹਦੀ ਸੱਤਾ ਬਦਲਣ ਦੀ ਕੋਸ਼ਿਸ਼ ਕੀਤੀ। ਸਿੱਧਾ ਉਹ ਇਹਨਾਂ ਦੀ ਖਾਨਾ ਜੰਗੀ ਸ਼ੁਰੂ ਹੋਈ ਸੀ। ਉਹਨਾਂ ਨੇ ਭੱਠਲ ਨੂੰ ਡਿਪਟੀ ਮੁੱਖ ਮੰਤਰੀ ਲਾਤਾ ਤਾਂ ਉਹ ਕਲੇਸ਼ ਖਤਮ ਹੋ ਗਿਆ। ਪਰ ਦੁਸ਼ਮਣੀ ਰੰਜਿਸ਼ ਤਾਂ ਅੰਦਰ ਰਹਿੰਦੀ ਹੈ ਨਾ, ਪਰ ਫਿਰ ਵੀ ਉਹਨਾਂ ਨੇ ਪੋਲੀਟੀਕਲ ਵੈਂਡੇਟਾ ਨਹੀਂ ਰੱਖਿਆ। ਬਾਦਲ ਸਾਹਿਬ ਦੇ ਮੁਤਾਬਕ ਮੈਂ ਗੱਲ ਕਰਦਾ ਪਿਆ ਕਿ ਕਿੰਨੇ ਸਿਆਣੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਵੀ ਬਾਦਲ ਸਾਹਿਬ ਵਾਂਗੂ, ਕਿ ਉਹਨਾਂ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਭੱਠਲ ਤੇ ਜਦੋਂ 70-80 ਲੱਖ ਦਾ ਕੋਈ ਕਰਜ਼ਾ ਕੁਰਜ਼ਾ ਜੋ ਸੀ ਉਹ ਬੜੇ ਆਰਾਮ ਨਾਲ ਉਹਨਾਂ ਨੇ ਮਾਫ ਕਰ ਦਿੱਤਾ ਸੀ, ਬਕਾਇਦਾ ਉਹਨੂੰ ਕੋਠੀ ਵੀ ਦਿੱਤੀ ਸੀ। ਅੱਜ ਭੱਠਲ ਫੇਰ ਖਿਲਾਫ ਬੋਲਦੀ ਹੈ ਕੈਪਟਨ ਦੇ। ਤਾਂ ਦੇਖੋ ਕਿ ਉੱਪਰ ਏਡੇ ਵੱਡਿਆਂ ਅਹੁਦਿਆਂ ਦੇ ਉੱਤੇ ਰਹਿ ਕੇ ਇਹ ਬੰਦੇ ਕਿੱਦਾਂ ਇੱਕ ਦੂਜੇ ਦੀ ਪਿੱਠ ਖੁਰਕਦੇ ਆ, ਤੇ ਹੁਣ ਇਹ ਚਾਹੁੰਦੇ ਆ ਕਿ ਵੀ ਚਲੋ ਜੀ ਪੋਲੀਟੀਕਲ ਵੈਂਡੇਟਾ ਨਹੀਂ ਹੋਣਾ ਚਾਹੀਦਾ। ਤਾਂ ਚੰਨੀ ਸਾਹਿਬ ਕੀ ਕਰ ਰਹੇ ਆ? ਚੰਨੀ ਸਾਹਿਬ ਵੀ ਤਾਂ ਇਹੀ ਕਰ ਰਹੇ ਆ। FIR ਜਿਹੜੀ ਆ ਰਾਤ ਨੂੰ, ਅੱਧੀ ਰਾਤ ਨੂੰ, ਕਿਉਂਕਿ ਹੁਣ ਦਿਨ ਕਿੰਨੇ ਰਹਿ ਗਏ, 10 ਜਾਂ 12 ਦਿਨ ਰਹਿ ਗਏ ਹੋਣੇ, ਉਹਦੇ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ। ਉਹ ਰਾਤੋਂ ਰਾਤੀ ਪਤਾ ਨਹੀਂ ਕੀ ਸਲਾਹ ਕੀਤੀ ਤੇ ਚੱਕ ਕੇ ਮਜੀਠੀਆ ਸਾਹਿਬ ਦੇ ਖਿਲਾਫ ਜਿਹੜੀ ਆ ਉਹ FIR ਜਿਹੜੀ ਆ ਉਹ ਦਰਜ ਕਰ ਦਿੱਤੀ। ਉਹ ਵੀ ਕਹਿੰਦੇ ਰਹੇ ਮਜੀਠੀਆ ਸਾਹਿਬ ਵੀ ਯਾਰ 4 ਸਾਲ ਲੰਘ ਗਏ, 4.5 5 ਸਾਲ ਲੰਘ ਗਏ, ਜਿਹੜਾ ਫਾਈਟ ਡੰਗਣਾ ਅੱਜ ਹੀ ਡੰਗ ਦੋ, ਜਿਹੜਾ ਕੱਲ ਡੰਗਣਾ, ਜਿਹੜਾ ਕੇਸ ਹੈਗਾ ਬਣਾ ਲਓ। ਕਾਹਦੇ ਵਾਸਤੇ ਬਿਆਨ ਕਰਦੇ ਹੋ ਕਿ ਫੜ ਲੈਣੀ ਵੱਡੀ ਮੱਛੀ, ਫੜ ਲੈਣੀ ਵੱਡੀ ਮੱਛੀ, ਫੜ ਲੈਣੀ, ਕਿਸੇ ਪਾਸੇ ਲਾ ਲਓ। ਇਹਨਾਂ ਨੇ ਸੋਚਿਆ ਕਿ ਹੁਣ ਦਿਨ 7 ਰਹਿ ਗਏ ਤਾਂ ਕੁਝ ਨਾ ਕੁਝ ਕਰੋ। ਲੇਕਿਨ ਹੈਰਾਨੀ ਵਾਲੀ ਗੱਲ ਹੋਈ ਕਿ ਸਵੇਰੇ ਕਈ ਟਾਈਮ ਪਹਿਲਾਂ ਜਦੋਂ FIR ਲਾਂਚ ਹੁੰਦੀ ਹੈ ਕਿਸੇ ਦੇ ਖਿਲਾਫ ਵੀ, ਤਾਂ ਉਸ ਟਾਈਮ ਦੇ ਉੱਤੇ ਉਹਨੂੰ ਆਨਲਾਈਨ ਕੀਤਾ ਜਾਣਾ ਜ਼ਰੂਰੀ ਹੁੰਦਾ ਨਿਯਮਾਂ ਮੁਤਾਬਕ, ਤੇ ਉਹ ਕਾਫੀ ਦੇਰ ਤੱਕ 10-11 ਵੱਜ ਗਏ ਤੇ ਚੈਨਲ ਇਹ ਤਾਂ ਖਬਰ ਆ ਗਈ ਕਿ FIR ਦਰਜ ਹੋ ਗਈ ਹੈ, ਲੇਕਿਨ FIR ਦੀ ਕਾਪੀ ਕੋਈ ਵੀ ਨਹੀਂ ਸੀ, ਉਹ ਆਨਲਾਈਨ ਕੋਈ ਵੀ ਨਹੀਂ ਸੀ। ਉਹ ਬੇਲ ਲੈਣ ਵਾਸਤੇ ਵੀ ਅਪਲਾਈ ਕਰਨਾ ਹੁੰਦਾ, ਬੰਦੇ ਨੂੰ ਕਾਪੀ ਮਿਲੂਗੀ ਤੇ ਕੋਰਟ 'ਚ ਜਾਊਗਾ। ਫਿਰ ਤਲਵਾਰ ਨਾ ਉਹਨੂੰ ਮਜੀਠੀਆ ਸਾਹਿਬ ਨੂੰ ਨਾ ਗ੍ਰਿਫਤਾਰ ਕੀਤਾ। ਫਿਰ 11 ਵਜੇ ਜਾ ਕੇ ਉਹ ਜਿਹੜੀ ਉਹ ਆਰੋਪ ਰਾਪ ਜਿਹੜੇ ਜਿੰਨੇ ਵੀ ਸੀਗੇ, ਮੇਰੇ ਖਿਆਲ 25-30 ਪੇਜ ਦੱਸਦੇ ਆ, ਉਹ ਜਾ ਕੇ ਤੇ ਉਹ ਆਨਲਾਈਨ ਕਰ ਦਿੱਤੀ ਵੀ ਆਹ ਚੱਕਰ ਹੈਗਾ ਤੇ ਆਹ ਜਿਹੜੀਆਂ ਧਰਾਵਾਂ ਹੈਗੀਆਂ 25 ਇਹ ਫਲਾਣੀ ਇਹ ਪਤਾ ਨਹੀਂ ਕਿਹੜੀ ਹੈ, 127 ਇਹ ਪਤਾ ਨਹੀਂ ਕਿਹੜੀ, ਵੀ ਉਹਦੇ ਤਹਿਤ ਜ਼ਮਾਨਤ ਜਿਹੜੀ ਆ ਵੀ ਮਤਲਬ ਪੁਲਿਸ ਜਿਹੜੀ ਆ ਉਹ ਕਿਸੇ ਵੀ ਟਾਈਮ ਦੇ ਉੱਤੇ ਅਰੈਸਟ ਕਰ ਸਕਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਪੋਲੀਟੀਕਲ ਲੌਬੀ ਹੈਗੀ ਆ, ਇੱਕ ਡਿਫਰੈਂਟ ਲੌਬੀ ਆ ਪਬਲਿਕ ਨਾਲੋਂ, ਜਿਹੜੀ ਕਿ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਕ੍ਰਾਈਮ ਕਰਨ, ਕਿਸੇ ਪ੍ਰਕਾਰ ਦੇ ਵੀ ਕੋਈ ਬਰਾਇਬਰੀ ਲੈਣ ਜਾਂ ਕਿਸੇ ਪ੍ਰਕਾਰ ਦਾ ਵੀ ਹੋਰ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ, ਤੇ ਉਹਨਾਂ ਤੇ ਜਿਹੜੀ ਦੂਸਰੀ ਪੋਲੀਟੀਕਲ ਲੌਬੀ ਆ ਉਹਦੇ ਵਿੱਚੋਂ ਉਹ ਕੋਈ ਇਹੋ ਜਿਹਾ ਉਹਨਾਂ ਦੀ ਜਿਹੜੀ ਕੀਤੇ ਹੋਏ ਕੁਕਰਮ ਹੈਗੇ ਆ ਉਹਨੂੰ ਢੱਕ ਦਿਆ ਕਰੇ, ਠੀਕ ਹੈ ਨਾ, ਤਾਂ ਕਿ ਅਗਲੀ ਵਾਰੀ ਜੇ ਉਹਦੀ ਸਰਕਾਰ ਆ ਗਈ ਤਾਂ ਉਹ ਬਦਲਾ ਨਾ ਲਵੇ। ਉਹੀ ਮੈਂ ਗੱਲ ਕੀਤੀ ਆ ਕਿ ਤੂੰ ਮੈਨੂੰ ਮੁੱਲਾ ਆਖ ਤੇ ਮੈਂ ਤੈਨੂੰ ਕਾਜੀ ਆਖਾਂਗਾ, ਜਾਂ ਤੂੰ ਮੇਰੀ ਪਿੱਠ ਖੁਰਕ ਤੇ ਮੈਂ ਤੇਰੀ ਖੁਰਕਦਾ। ਹੁਣ ਚੰਨੀ ਸਾਹਿਬ ਨੇ ਉਹ ਕਹਿ ਤਾਂ ਦਿੱਤਾ FIR, ਉਧਰ ਫਟਾਫਟ ਆਨੰਦ ਫਾਨਨ ਚ ਰਾਘਵ ਚੱਡਾ ਵੀ ਦਿੱਲੀੋਂ ਚੰਡੀਗੜ੍ਹ ਪਹੁੰਚੇ ਤੇ ਜਾਂਦੇ ਉਹਨਾਂ ਨੇ ਫਟਾਫਟ ਪ੍ਰੈਸ ਕਾਨਫਰੰਸ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਬਿਲਕੁਲ ਫਿਕਸਡ ਮੈਚ ਹੈ। ਮੈਂ ਕੁਝ ਹਫ਼ਤੇ ਪਹਿਲਾਂ ਹੀ ਕਿਹਾ ਸੀਗਾ ਕਿ ਇਹਨਾਂ ਨੇ ਮਜੀਠੀਆ ਦੇ ਖਿਲਾਫ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ FIR ਦਰਜ ਕਰਨੀ ਹੈ, ਔਰ ਕਰਨੀ ਇਸ ਢੰਗ ਨਾਲ ਆਇਆ ਮੌਕੇ ਦੇ ਇਲੈਕਸ਼ਨ ਦੇ ਕੋਲ ਜਾ ਕੇ ਕਿ ਅਗਲੇ ਦਿਨ ਹੀ ਆਪਣੀ ਜ਼ਮਾਨਤ ਲੈ ਲੇ, ਔਰ ਇਹ ਮੈਚ ਫਿਕਸਿੰਗ ਆ। ਤੇ ਪਬਲਿਕ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਗੱਲ ਕਹੀ ਵੀ ਰਾਘਵ ਚੱਡਾ ਨੇ ਕਿ ਇਹ ਮੈਚ ਇਹਨਾਂ ਦਾ ਫਿਕਸ ਆ, ਔਰ 75-25 ਦੀ ਗੇਮ ਜਿਹੜੀ ਕੈਪਟਨ ਵੇਲੇ ਚੱਲਦੀ ਸੀ, ਨਵਜੋਤ ਸਿੰਘ ਸਿੱਧੂ ਰੌਲਾ ਪਾਉਂਦਾ ਸੀਗਾ, ਉਹ ਗੇਮ ਹਾਲੇ ਖਤਮ ਨਹੀਂ ਹੋਈ। ਉਹ ਇਹੀ ਹੈ ਕਿ 75 ਇਹਨਾਂ ਕੋਲ ਆ ਤੇ 25 ਬਾਦਲਾਂ ਕੋਲ ਜਾਈ ਜਾਂਦਾ।
ਔਰ ਇਹਨਾਂ ਦੀ ਇੱਥੋਂ ਤੱਕ ਰਾਘਵ ਚੱਡਾ ਨੇ ਇਹ ਗੱਲ ਕਹਿ ਦਿੱਤੀ ਆ ਕਿ ਉਹ ਇਹ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਤੇ ਚਰਨਜੀਤ ਸਿੰਘ ਚੰਨੀ ਦੀ ਕਿਤੇ ਵੇਲੇ ਕਵੇਲੇ ਦੇਰ ਰਾਤ ਕਿਤੇ ਮੀਟਿੰਗ ਵੀ ਹੋਈ, ਜਿੱਥੇ ਕਿਹਾ ਕਿ ਪ੍ਰੈਸ਼ਰ ਬੜਾ, ਦਬਾਅ ਬੜਾ ਤੇ ਅਸੀਂ ਰਲ ਮਿਲ ਕੇ ਆ ਗੇਮ ਖੇਡ ਲੈਂਦੇ ਆ। ਕਹਿੰਦੇ ਮੈਚ ਫਿਕਸ ਸੀ। ਔਰ ਜਿਹੜੀ FIR ਦਰਜ ਕੀਤੀ ਗਈ ਉਹ ਇੰਨਾ ਕੁ ਕਮਜ਼ੋਰ ਕੇਸਾਂ ਨਾਲ ਰਿਲੇਟਡ ਆ ਕਿ ਜਿੱਦਾਂ ਹੀ ਉਹਨੂੰ ਗ੍ਰਿਫਤਾਰ ਕਰਦੇ ਆ ਅਗਲੇ ਦਿਨ ਹੀ ਉਹਨਾਂ ਨੇ ਆਰਾਮ ਨਾਲ ਜ਼ਮਾਨਤ ਲੈ ਲੈਣੀ ਹੈ ਤੇ ਇਹਨਾਂ ਨੇ ਕਹਿਣਾ ਦੇਖੋ ਜੀ ਆਪਾਂ ਤਾਂ ਬੰਦਾ ਫੜ ਕੇ ਡਰੱਗ ਦਾ ਜੋ ਰੋਕ ਸੀ ਇੱਕ ਵਾਰੀ ਤਾਂ ਅੰਦਰ ਕਰ ਹੀ ਦਿੱਤਾ, ਬਾਕੀ ਕੋਰਟ ਜਾਣੇ ਤਾਂ ਕੋਰਟ ਦਾ ਕੰਮ ਜਾਣੇ। ਸੋ ਇਹ ਜਿਹੜੀ ਪੋਲੀਟੀਕਲ ਸਟੰਟ ਹੈ, ਪਤਾ ਨਹੀਂ ਹੈ ਕਿ ਇਹਦੇ ਵਿੱਚ ਕੀ ਸੱਚਾਈ ਆ ਕੀ ਨਹੀਂ ਆ। ਬਾਕੀ ਜਦੋਂ ਇਲੈਕਸ਼ਨ ਆਣੇ ਆ ਤੇ ਇਲੈਕਸ਼ਨ ਵਿੱਚ ਲੋਕਾਂ ਨੇ ਤਾਂ ਆਪਣਾ ਫਿਰ ਮੋਹਰ ਲਾ ਹੀ ਦੇਣੀ ਹੈ, ਕਿਉਂਕਿ ਉਹ ਵੀ ਬਿਨਾਂ ਦਿਮਾਗੋਂ ਥੋੜਾ ਪੈਦਲ ਥੋੜਾ ਹੈ। ਲੋਕ ਅੱਜ ਦੇ ਬਹੁਤ ਅਵੇਅਰ ਹੋ ਚੁੱਕੇ ਆ ਔਰ ਉਹਨਾਂ ਨੂੰ ਪਤਾ ਹੈ ਵੀ ਕੀ ਕਹਾਣੀਆਂ ਚੱਲਣ ਡੀਆਂ, ਕੀ ਕਹਾਣੀਆਂ ਨਹੀਂ ਚੱਲਣ ਡੀਆਂ। ਜੇ ਕੁਝ ਇਦਾਂ ਦਾ ਖਲਾਰਾ ਪੈਂਦਾ ਤਾਂ ਲੋਕਾਂ ਨੇ ਫਿਰ ਫਤਵਾ ਦੇਣਾ ਹੀ ਹੈ। ਕਿਦਾਂ ਨਾ ਜੀ ਟੀਵੀ ਦੇਖ ਕੇ ਕੁਰਕਰੇ ਖਾ ਖਾ ਕੇ ਖੁਸ਼ ਤਾਂ ਹੋਈ ਜਾਂਦੀ ਨਾ। ਨਹੀਂ ਖੁਸ਼ ਸਮੇਂ ਲਈ ਸਹੀ, ਨਹੀਂ ਖੁਸ਼ ਨਹੀਂ, ਇਹ ਗੱਲਾਂ ਬਾਤਾਂ ਹੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰਨ ਡੀਆਂ ਆ ਵੀ ਉਹਦੇ ਵਿੱਚ ਇਹ ਤੁਸੀਂ ਕਹਿ ਲਓ ਕਿ ਇੰਟਰਸਟ ਲੈ ਕੇ ਦੇਖਦੇ ਹੋਣਗੇ। ਹਾਂ ਖੁਸ਼ ਤਾਂ ਇਹਨਾਂ ਦੇ ਉੱਤੇ ਕੀ ਹੋਣਾ, ਕਿਉਂਕਿ ਕੰਮ ਹੀ ਇਦਾਂ ਦੇ ਕਰਦੇ, ਲੋਕ ਖੁੰਦਕ ਖਾਂਦੇ ਪਏ ਆ। ਹਾਂ ਲੋਕ ਇਹਨਾਂ ਦੇ ਕੰਮਾਂ ਦੇ ਉੱਤੋਂ ਖੁਸ਼ ਨਹੀਂ ਆ, ਕਿਉਂਕਿ ਵਿਕਾਸ ਵਾਲੇ ਪਾਸੇ ਤਾਂ ਕਿਸੇ ਪਾਸੇ ਧਿਆਨ ਹੀ ਨਹੀਂ। ਨੌਕਰੀ ਕੋਈ ਟੈਂਕੀਆਂ ਤੇ ਚੜਿਆ, ਕੋਈ ਕਿਤੇ ਚੜਿਆ, ਕੋਈ ਕਿਤੇ ਕੁੱਟ ਖਾਣ ਡਿਆ, ਕੋਈ ਕਿਤੇ ਕੁੱਟ ਖਾਣ ਡਿਆ, ਕੋਈ ਮਸਲਾ ਤਾਂ ਹੱਲ ਹੋਣ ਨਹੀਂ ਡਿਆ। ਉਹ ਕਹਿੰਦਾ ਜੀ ਮੈਂ ਵਾਅਦੇ ਨਹੀਂ ਫੈਸਲੇ ਕਰਦਾ, ਪਰ ਫੈਸਲੇ ਕੀਤੇ ਕਿਹੜੇ ਆ? ਹਾਂ 3 ਰੁਪਏ ਯੂਨਿਟ ਆ, ਜਿਹਦੇ ਉੱਤੇ ਕਰਜ਼ਾ ਚੜਿਆ, ਬਿਜਲੀ ਦਾ ਕਨੈਕਸ਼ਨ ਨਹੀਂ ਹੈ ਤਾਂ ਉਹਨੂੰ ਕਨੈਕਸ਼ਨ ਦੇ ਦਿੱਤਾ, ਉਹਦਾ ਕੋਈ ਕੀ ਹੋਇਆ? ਥੋੜਾ ਬਹੁਤਾ ਕਰਜ਼ਾ ਉਤਰ ਗਿਆ, ਹੋਰ ਕੀ ਹੋ ਗਿਆ? ਰੁਜ਼ਗਾਰ, ਲੋਕਾਂ ਨੂੰ ਰੁਜ਼ਗਾਰ ਚਾਹੀਦਾ ਨਾ, ਤਾਂ ਰੁਜ਼ਗਾਰ ਦਿਓ। ਇਹਦੇ ਪਿੱਛੇ ਅੱਜ ਫਿਰ ਇੱਕ ਹੋਰ ਘਟਨਾ ਹੋਰ ਵੀ ਵਾਪਰ ਗਈ। ਘਟਨਾ ਕਾਹਦੀ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਮੌਕਾ ਮਿਲ ਗਿਆ। ਉਹਨੇ ਕਿਹਾ ਬੜੀ ਦੇਰ ਬਾਅਦ ਆਖਰ ਦੇ ਵਿੱਚ ਫਿਰ ਦੇਖਿਆ ਫਿਰ ਜੋ ਕਿਹਾ ਸੀ ਮੈਂ ਕਰਕੇ ਦਿਖਾਤਾ, ਜੋ ਮੇਰੇ ਹੱਥ ਵੱਸ ਸੀ। ਕਿਉਂਕਿ ਇਮਾਨਦਾਰ ਚੜੋ ਵਧਾਏ ਜੀ ਹੈਗੇ ਨੇ, ਇਮਾਨਦਾਰ ਚੜੋ ਵਧਾਏ ਜੀ ਜਿਹੜੇ ਆ DGP ਆ, ਜਦੋਂ ਅਫਸਰ ਵੱਡੇ ਇਮਾਨਦਾਰ ਆ ਜਾਣ ਤੇ ਫਿਰ ਕਾਰਵਾਈ ਤਾਂ ਪੈਣੀ ਹੈ। ਤੇ FIR ਦਰਜ ਹੋ ਗਈ। ਇੱਕ ਕੰਮ ਤਾਂ ਮੈਂ ਕਰ ਦਿੱਤਾ, ਇਸ਼ਾਰਾ ਇਹ ਸੀ ਵੀ ਦੂਜਾ ਵੀ ਕਰਾਂਗਾ। ਜਿਹੜਾ ਬੈਬਲ ਗੋਲੀकांड ਹੈ ਜਾਂ ਉਧਰੋਂ ਵੀ ਤੁਸੀਂ 2-4 ਦਿਨ ਤੱਕ ਦੇਖੋ ਕਿ ਉਧਰੋਂ ਵੀ ਕੋਈ ਨਾ ਕੋਈ ਘੇਰਾ ਪਾਵਾਂਗਾ। ਅੱਛਾ। फिर उन्हें केजरीवाल ने आपस में बहस का सद्दा दिता है, तो केजरीवाल ने कहा कि हम बहस करने के लिए तैयार हैं। भगवंत मान पंजाब का अध्यक्ष है, भगवंत मान कहता भी मैं भी पंजाब का अध्यक्ष हाँ, सिद्धू साहब मेरे नाल कर लो आगे बहस। अच्छा। वो अज सिद्धू ने केजरीवाल नूं ये गल कहती कि भाई साहब मुख मंत्री दिल्ली दे तुसीं हो, हाँ जी, भगवंत मान नहीं है। ਜਿਹੜੀਆਂ ਬੱਸਾਂ ਬਾਦਲਾਂ ਦੇ ਨੂੰ ਤੁਸੀਂ ਆਰਬਿਟ ਨੂੰ ਪਰਮਿਟ ਦਿੱਲੀ ਤੱਕ ਦਿੰਦੇ ਰਹੇ ਹੋ, ਉਹ ਤੁਹਾਡੀ ਸਰਕਾਰ ਨੇ ਦਿੱਤਾ, ਭਗਵੰਤ ਮਾਨ ਨੇ ਨਹੀਂ ਦਿੱਤਾ। ਹੋਰ ਵੀ ਕਈ ਉਹਨਾਂ ਨੇ ਗੱਲਾਂ ਗਣਾਈਆਂ ਸਿੱਧੂ ਨੇ। ਅੱਛਾ। ਉਹਨੇ ਵੀ ਬਰਾਬਰ ਦੀ ਚੋਟ ਜਿਹੜੀ ਆ ਉਹ ਕੇਜਰੀਵਾਲ ਦੇ ਉੱਤੇ ਰੱਖੀ। ਠੀਕ ਹੈ, ਉਹ ਈਗੋ ਨਾਲ ਈਗੋ ਟਕਰਾਣ ਰਹੀ ਆ। ਲੋਕ ਇਹਨਾਂ ਗੱਲਾਂ ਨੂੰ ਦੇਖ ਕੇ ਤਾਂ ਜ਼ਰੂਰ ਖੁਸ਼ ਹੁੰਦੇ ਹੋਣਗੇ, ਜਿੱਦਾਂ ਤੁਸੀਂ ਕਿਹਾ ਕਿ ਹੱਸਦੇ ਹੋਣਗੇ ਵੀ ਕੀ ਖੇਡਾਂ ਖੇਡਣ ਦੇ, ਨਾਲ ਸੋਡਾ ਪੀ ਰਹੇ ਆ, ਨਾਲ ਕਈ ਕੁਝ ਕਰੀ ਜਾਂਦੇ ਆ ਇਹੋ ਜਿਹੇ ਜਿਹੜੇ ਖੇਡਦੇ। ਪਰ ਲੋਕੀ ਜਿਹੜੇ ਆਪਣਾ ਅਵੇਅਰ ਹੋ ਚੁੱਕੇ ਆ, ਉਹ ਕੋਈ ਨਾ ਕੋਈ ਫਤਵਾ ਤਾਂ ਦੇਣਗੇ। ਖੂਨ ਤਾਂ ਵੱਧ ਰਿਹਾ ਨਾ ਥੋੜਾ ਥੋੜਾ ਲੋਕਾਂ ਦਾ, ਕਿਤੇ ਕਿਤੇ BP ਲੋ ਹੋ ਜਾਂਦਾ ਹੋਣਾ, ਕਿਤੇ ਵੱਧ ਜਾਂਦਾ ਹੋਣਾ, ਕਿਤੇ ਨਾਰਮਲ ਹੈ, ਬੈਠੇ ਰਹਿੰਦੇ ਲੋਕੀ ਹੋਰ ਕੀ ਕਰਨ। ਅੱਛਾ ਜੀ ਦੇਸ਼ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।